ਰਿਲਾਇੰਸ ਨਾਲ ਤੁਹਾਡਾ ਸਮਝੌਤਾ ਹੈ ਤੇ ਤੁਸੀਂ ਰਿਲਾਇੰਸ ਦੇ ਹੱਕ 'ਚ ਪਾਸ ਹੋਏ ਵੇ ਬਿੱਲ ਤੁਸੀਂ ਕਹਿੰਦੇ ਹੋ ਵੀ ਇਹਨਾਂ ਖਿਲਾਫ ਸੰਘਰਸ਼ ਕਰਨਾ ਹੈ। ਇਹ ਗੱਲਾਂ ਪੁੱਗਦੀਆਂ ਨਹੀਂ। ਜਿਹੜੀ ਐਡਾ ਝੂਠ, ਅਕਾਲ ਤਖਤ ਤੋਂ ਮਾਰਚ ਸ਼ੁਰੂ ਕਰਨਾ ਤੇ ਉਹ ਵੀ ਝੂਠ ਨਾਲ, ਔਰ ਇਹਨਾਂ ਨੂੰ ਕੋਈ ਕਿਸਾਨਾਂ ਦਾ ਹੇਜ ਨਹੀਂ। ਕਿਸਾਨ ਮਜ਼ਦੂਰ ਤੋਂ ਬਿਨਾਂ ਨਹੀਂ ਬਚਦਾ ਤੇ ਮਜ਼ਦੂਰ ਕਿਸਾਨ ਤੋਂ ਬਿਨਾਂ ਨਹੀਂ ਬਚਦਾ। ਯੋਗੀ ਦਾ ਰਾਜ ਐਸਾ ਹੈ ਜਿੱਥੋਂ ਦੇ ਮੰਤਰੀ ਐਮਐਲਏ ਬਲਾਤਕਾਰੀ ਹੈ, ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਭਾਜਪਾ ਉਹਨਾਂ ਦੇ ਪੱਖ 'ਚ ਖੜਦੀ ਰਹੀ। ਕਿਸਾਨ ਅੰਦੋਲਨ ਦੇ ਖਿਲਾਫ ਜਿਹੜਾ ਭਾਜਪਾ ਦਾ ਸੰਘੀਆਂ ਦਾ ਪ੍ਰਚਾਰ ਹੈ, ਉਹ ਇਹਨਾਂ ਨੂੰ ਇਸ ਤਰ੍ਹਾਂ ਪੇਂਟ ਕਰ ਰਿਹਾ ਵੀ ਇੱਕ ਜਾਨਵਰ ਦੇ ਸਿਰ ਤੇ ਪੱਗ ਦਿਖਾਤੀ। ਜੂਨ ਦੇ ਵਿੱਚ ਕੇਂਦਰੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਨੂੰ ਕਾਨੂੰਨ ਬਣਾ ਦਿੱਤਾ ਗਿਆ। ਇਹਨੇ ਵਿਰੋਧ ਦੇ ਬਾਵਜੂਦ ਵੀ ਤੇ ਕਿਸਾਨੀ ਸੰਘਰਸ਼ ਪੂਰਾ ਰੋਹ ਤੇ ਆ। ਅੱਜ ਅਸੀਂ ਪਹੁੰਚੇ ਆ ਮੁਲਤਾਨੀਆ ਪੁਲ ਬਠਿੰਡਾ ਦੇ ਵਿੱਚ, ਤੇ ਜਿੱਥੇ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਿਆ ਗਿਆ ਹੈ। ਤੇ ਅੱਜ ਕਰਦੇ ਆ ਕਿਸਾਨ ਆਗੂਆਂ ਨਾਲ ਗੱਲਬਾਤ ਤੇ ਕੀ ਵਿਚਾਰ ਨੇ ਉਹਨਾਂ ਦੇ। ਗੱਲ ਜੀ, ਜੇ ਆਪਾਂ ਦੇਖੀਏ ਜੀ 1992 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੇ ਸਿਰਫ ਇਹ ਸੰਘਰਸ਼ ਦੀ ਗੱਲ ਨਾ ਕਰੀਏ, ਆਪਾਂ ਇਹਨਾਂ ਚਾਰਾਂ ਬਿੱਲਾਂ ਦੀ ਗੱਲ ਨਾ ਕਰੀਏ, ਹੋਰ ਵੀ ਜਿਵੇਂ ਕੇਂਦਰ ਸਰਕਾਰ ਵੱਲੋਂ ਹਰੇਕ ਸੰਸਥਾਵਾਂ ਜਿਵੇਂ ਬਿਜਲੀ ਬੋਰਡ, ਹਸਪਤਾਲ, ਸਾਰਿਆਂ ਨੂੰ ਨਿੱਜੀਕਰਨ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਜਿਹੜੇ ਮੌਜੂਦਾ ਬਿੱਲ ਹੈ, ਜਿਹੜੇ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਆ, ਰਾਸ਼ਟਰਪਤੀ ਨੇ ਦਸਤਖਤ ਕਰਤੇ, ਸੰਸਦ ਦੇ ਦੋਨਾਂ ਸਦਨਾਂ 'ਚੋਂ ਪਾਸ ਹੋ ਗਏ, ਲੋਕ ਸਭਾ 'ਚੋਂ ਮੋਦੀ ਦੇ ਬਹੁਮਤ ਦੇ ਜ਼ੋਰ ਤੇ ਰਾਜ ਸਭਾ 'ਚ ਧੱਕੇ ਨਾਲ ਨਿਯਮਾਂ ਦੀ ਉਲੰਘਣਾ ਕਰਕੇ। ਇਹ ਇੱਕ ਕੜੀ ਹੈ ਜਿਹੜੀਆਂ ਨਵ-ਉਦਾਰਵਾਦੀ ਨੀਤੀਆਂ ਹਿੰਦੁਸਤਾਨ 'ਚ ਲਾਗੂ ਕੀਤੀਆਂ ਜਾ ਰਹੀਆਂ 1992 ਤੋਂ ਲੈ ਕੇ, ਜਿਨ੍ਹਾਂ ਦਾ ਚੌਖਟਾ ਇਹ ਆ ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ। ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਸਾਨ ਤੋਂ ਕੁਦਰਤੀ ਤੇ ਦਰਿਆਈ ਪਾਣੀ ਖੋਇਆ। ਕਿਸਾਨ ਦੀ ਫਸਲ ਕੁੱਲ ਮਿਲਾ ਕੇ ਟਿਊਬਵੈਲਾਂ ਤੇ ਫੀਡਰਾਂ ਤੇ ਨਿਰਭਰ ਕਰਤੀ। ਨੰਬਰ 2 ਤੇ ਇਸ ਨੀਤੀ ਨੇ ਕਿਸਾਨਾਂ ਤੋਂ ਖੇਤੀ ਖੋਜ ਕੇਂਦਰ ਖੋਏ, ਯੂਨੀਵਰਸਿਟੀਆਂ ਸਹਿਕਦੀਆਂ, ਕੋਈ ਫੰਡ ਨਹੀਂ ਦਿੱਤੇ ਜਾ ਰਹੇ, ਔਰ ਖੇਤੀ 'ਚ ਕੋਈ ਸਰਕਾਰੀ ਨਿਵੇਸ਼ ਨਹੀਂ ਕੀਤਾ ਜਾ ਰਿਹਾ। ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟ ਦੀਆਂ ਸਿਫਾਰਿਸ਼ਾਂ ਉਹ ਘੱਟੇ ਰੋਲਤੀਆਂ, ਅੱਜ ਉਹਦੀ ਕੋਈ ਗੱਲ ਨਹੀਂ ਕਰਦਾ। ਵੇਖ ਕਿਹਾ ਜਾ ਰਿਹਾ ਵੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। ਖੱਪਾ ਕੀ ਆ? ਖੱਪਾ ਇਹ ਆ ਕਿ ਕਿਸਾਨੀ ਦੀ ਫਸਲ ਦਾ ਮੁੱਲ ਘੱਟ ਹੈ, ਖਰਚੇ ਜ਼ਿਆਦਾ, ਔਰ ਖਰਚੇ ਦੀਆਂ ਆਈਟਮਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਜਿਹਦੇ ਕਰਕੇ ਖੇਤੀ ਇਹ ਘਾਟੇ ਦਾ ਧੰਦਾ ਬਣ ਗਿਆ। ਸਮੁੱਚੀ ਨਿੱਜੀਕਰਨ ਦੀ ਨੀਤੀ ਨੇ ਕਿਸਾਨਾਂ ਤੋਂ ਰੁਜ਼ਗਾਰ ਵੀ ਖੋਇਆ। ਅੱਜ ਕੋਈ ਇਸ ਗੱਲ 'ਚ ਸ਼ੱਕ ਨਹੀਂ ਕਿ ਖੇਤੀ 'ਚ ਸਰਪਲਸ ਲੇਬਰ ਹੈ, ਜਿੰਨੇ ਲੋਕਾਂ ਦੀ ਲੋੜ ਹੈ ਉਹ ਤੋਂ ਵੱਧ ਲੋਕ ਕੰਮ ਕਰ ਰਹੇ ਆ ਮਜਬੂਰੀ 'ਚ। ਜੇ ਉਹੀ ਕਿਸਾਨਾਂ ਦੇ ਮੁੰਡਿਆਂ ਨੂੰ ਨੌਕਰੀ ਮਿਲੇ, ਰੁਜ਼ਗਾਰ ਮਿਲੇ, ਤੇ ਖੇਤੀ 'ਚ ਘੱਟ ਲੋਕਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋਊ। ਇਹ ਨਹੀਂ ਕੀਤਾ ਜਾ ਰਿਹਾ, ਇਹਦੇ ਬਦਲੇ ਖੇਤੀ ਤਬਾਹ ਕੀਤੀ ਜਾ ਰਹੀ ਹੈ। ਔਰ ਇਹੀ ਕਾਰਨ ਹੈ ਕਿ ਪੰਜਾਬ ਦਾ ਨੌਜਵਾਨ ਪ੍ਰਵਾਸ ਬਾਰੇ ਸੋਚ ਰਿਹਾ, ਵਿਦੇਸ਼ ਜਾਣ ਬਾਰੇ, ਜਾਂ ਉਹ ਅਪਰਾਧੀਆਂ ਦੇ ਢਹੇ ਚੜ ਗਿਆ, ਜਿਹਦੇ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ। ਉੜਤਾ ਪੰਜਾਬ ਵਰਗੀਆਂ ਮੂਵੀਆਂ ਬਣੇ। ਇਸ ਲਈ ਇਹ ਇੱਕ ਹੱਲਾ ਨਹੀਂ। ਜੇ ਕਿਸਾਨਾਂ ਦਾ ਇਹ ਸੰਘਰਸ਼ ਸਫਲ ਹੁੰਦਾ ਹੈ ਤੇ ਇਸ ਸੰਘਰਸ਼ ਦੇ ਸਫਲ ਹੋਣ ਨਾਲ ਨਵ-ਉਦਾਰਵਾਦੀ ਨੀਤੀਆਂ ਦੇ ਖਿਲਾਫ ਜਿਹੜਾ ਸਮੁੱਚਾ ਸੰਘਰਸ਼ ਹੈ ਉਹਨੂੰ ਤਾਕਤ ਮਿਲੂਗੀ, ਉਹਨੂੰ ਬਲ ਮਿਲੂਗਾ, ਲੋਕਾਂ ਨੂੰ ਹੌਸਲਾ ਮਿਲੂਗਾ। ਇਸ ਸੰਘਰਸ਼ ਦੀ ਮਹੱਤਤਾ ਇਹ ਹੈ। ਪਰ ਇਹ ਸੰਘਰਸ਼ ਹੀ ਸਭ ਕੁਝ ਠੀਕ ਕਰ ਦੂ। ਇਹ ਕਾਨੂੰਨ ਰੱਦ ਹੋਣ ਨਾਲ ਹੀ ਸਾਰਾ ਕੁਝ ਠੀਕ ਹੋ ਜੂ, ਇਹ ਵਹਿਮ ਨਹੀਂ ਪਾਲਣਾ ਚਾਹੀਦਾ। ਜਿਵੇਂ ਕਿ 4 ਬਿੱਲ ਕਿਸਾਨੀ ਨੂੰ ਲੈ ਕੇ ਪਾਸ ਹੋਇਆ, ਨਾਲ ਦੇ ਨਾਲ ਧੜਾ ਬਿੱਲ ਹੋਰ ਵੀ ਪਾਸ ਕੀਤੇ ਗਏ। ਇੱਕ ਉਹਨਾਂ 'ਚੋਂ ਮਜ਼ਦੂਰਾਂ ਦਾ ਵੀ ਜਿਹੜੇ ਹੱਕ ਸੀਗੇ ਉਹ ਖੋਹ ਲਏ ਗਏ ਆ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੈਂ ਮਿੱਠੂ ਸਿੰਘ ਘੁੱਦਾ, ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ ਬਠਿੰਡਾ। ਜਿਹੜੇ ਕੇਂਦਰ ਦੀ ਸਰਕਾਰ ਨੇ 3 ਆਰਡੀਨੇਸ਼ਨ ਪਾਸ ਪਾਸ ਕੀਤੇ ਨੇ, ਉਹ ਇਕੱਲੇ ਕਿਸਾਨਾਂ ਦਾ ਉਜਾੜ ਨਹੀਂ ਕਰਦੀ, ਉਹ ਮਜ਼ਦੂਰਾਂ ਦਾ ਉਜਾੜ ਵੀ ਕਰਦੀ ਹੈ। ਕਿਉਂਕਿ ਖੇਤੀ ਨਾਲ ਜਿਹੜੇ ਮਜ਼ਦੂਰ ਹੈ ਬਿਨਾਂ ਜ਼ਮੀਨ ਤੋਂ, ਉਹ ਖੇਤੀ 'ਚ ਕੰਮ ਕਰਦੇ ਸੀ। ਜੇ ਖੇਤੀ ਅੱਜ 85% ਖੇਤੀ 'ਚੋਂ ਜਿਹੜੇ ਛੋਟੇ ਕਿਸਾਨ ਹੈ ਉਹ ਪਾਸੇ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਉੱਥੇ ਕੰਮ ਉਹਨਾਂ ਨੂੰ ਤਾਂ ਮਿਲ ਸਕਦਾ। ਜਿਹੜੇ ਘਰਾਂ ਦੇ ਮਜ਼ਦੂਰ ਹੈ ਪਿੰਡਾਂ ਦੇ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਉਹ ਪਹਿਲਾਂ ਹੀ ਬੜੇ ਬੇਰੁਜ਼ਗਾਰ ਹੈ। ਅਸੀਂ ਇਸ ਕਰਕੇ ਹਮਾਇਤ ਕਰ ਰਹੇ ਹਾਂ ਕਿਸਾਨਾਂ ਦੀ ਵੀ ਜਿਹੜੇ ਖੇਤੀ ਨਾਲ ਸੰਬੰਧ ਮਜ਼ਦੂਰ ਹੈ
ਉਹ ਬਿਲਕੁਲ ਵਿਹਲੇ ਹੁੰਦੇ ਜਾ ਰਹੇ ਹੈ। ਉਹਨਾਂ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ। ਜੇ ਕੋਈ ਮਾੜਾ ਮੋਟਾ ਹੈ ਬਦਲਵਾਂ ਪ੍ਰਬੰਧ, ਉਹ ਵੀ ਠੋਸ ਨਹੀਂ ਹੈ, ਉਹਦੀ ਕੋਈ ਰੂਪ ਰੇਖਾ ਕਿਸੇ ਢੰਗ ਤਰੀਕੇ ਨਾਲ ਨਹੀਂ ਹੈ। ਜਦੋਂ ਤੱਕ ਕਿਸਾਨ ਇਹ ਮੋਰਚਾ ਜਾਰੀ ਰੱਖਣਗੇ, ਅਸੀਂ ਇਹਦੇ ਨਾਲ ਮੋਢਾ ਜੋੜ ਕੇ ਪੰਜਾਬ ਨਹੀਂ ਕੇਂਦਰ ਤੱਕ ਜੇ ਗਿਆ, ਅਸੀਂ ਮੂਹਰਲੀਆਂ ਸਭਾ 'ਚ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਜ਼ੋਰ ਸੰਘਰਸ਼ ਕਰਾਂਗੇ, ਜਿੱਥਾਂ ਤੱਕ ਜਾਵਾਂਗੇ। ਜਿਵੇਂ ਕਿ ਜ਼ਿਕਰ ਕੀਤਾ ਬਿੱਲਾਂ ਦਾ, ਤੇ ਤੁਹਾਨੂੰ ਲੱਗਦਾ ਕਿ ਇਹ ਸੰਭਵ ਹੈ ਕਿ ਮਜ਼ਦੂਰੀ ਏਕਤਾ ਤੋਂ ਬਿਨਾਂ ਕਿਸਾਨ ਸਰਕਾਰ ਨੂੰ ਢਾਹ ਸਕਦੇ ਆ, ਇਹ ਸੰਘਰਸ਼ ਜਿੱਤਿਆ ਜਾ ਸਕਦਾ ਹੈ? ਪਿਛਲੇ ਲੰਮੇ ਸਮੇਂ ਤੋਂ ਲੈ ਕੇ ਆਜ਼ਾਦੀ ਤੋਂ ਪਹਿਲਾਂ ਦੀ ਵੀ ਜੇ ਗੱਲ ਕਰੀਏ ਤਾਂ ਜਿਹੜੇ ਸੰਘਰਸ਼ ਹੈ ਉਹ ਲੋਕਾਂ ਦੇ ਏਕੇ ਨਾਲ ਹੀ ਜਿੱਤੇ ਗਏ ਹੈ। ਦੇਸ਼ ਆਜ਼ਾਦ ਹੋਇਆ, ਕੁਰਬਾਨੀਆਂ ਦਿੱਤੀਆਂ, ਗਦਰੀ ਬਾਬਿਆਂ ਨੇ, ਭਗਤ ਸਰਾਭਿਆਂ ਨੇ, ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਦਿੱਤੀ ਤਾਂ ਅੰਗਰੇਜ਼ਾਂ ਨੂੰ ਵੀ ਆਪਣਾ ਦੇਸ਼ ਛੱਡਣ ਵਾਸਤੇ ਮਜਬੂਰ ਕਰਤਾ। ਆਜ਼ਾਦੀ ਜਿਹੇ ਜੀ ਸਾਡੇ ਸ਼ੂਰਵੀਰ ਕੁਰਬਾਨੀਆਂ ਕੀਤੀਆਂ ਚਾਹੁੰਦੇ ਸੀ, ਬੇਸ਼ੱਕ ਨਹੀਂ ਮਿਲੀ, ਪਰ ਫਿਰ ਵੀ ਅੰਗਰੇਜ਼ਾਂ ਨੂੰ ਇੱਥੇ ਲੋਕਾਂ ਨੇ ਇਕੱਠੇ ਹੋ ਕੇ ਇੱਥੋਂ ਦਵਲਤਾ। ਹੁਣ ਵੀ ਜਿਵੇਂ ਲੋਕ ਜਾਗਰੂਕ ਹੋਈ ਜਾਣਗੇ, ਜਿਵੇਂ ਸੰਘਰਸ਼ਾਂ ਦੇ ਰਾਹ ਪਈ ਜਾਣਗੇ, ਜਿੰਨੀ ਏਕਤਾ ਕਰੀ ਜਾਣਗੇ ਉਨੀਆਂ ਹੀ ਪ੍ਰਾਪਤੀਆਂ ਹੋਈ ਜਾਣਗੀਆਂ। ਜੇਕਰ ਮੋਦੀ ਨੂੰ ਜਾਂ ਜਿਹੜਾ ਰਜਵਾੜਾ ਸ਼ਾਹੀ ਹੈ, ਕਾਰਪੋਰੇਟ ਸੈਕਟਰ ਹੈ, ਵੱਡੇ ਘਰਾਣੇ ਹੈ, ਜੇ ਉਹਨਾਂ ਨੂੰ ਇਹ ਭੁਲੇਖਾ ਹੋਵੇ ਕਿ ਖਾਨੀ ਅਸੀਂ ਮਰਜ਼ੀ ਦੇ ਕਾਨੂੰਨ ਬਣਾ ਕੇ ਆਪਣੀ ਮਰਜ਼ੀ ਨਾਲ ਲੋਕਾਂ ਦੇ ਲਾਗੂ ਕਰ ਦਿਆਂਗੇ, ਤਾਂ ਉਹਨਾਂ ਦਾ ਬਹੁਤ ਹੀ ਵੱਡਾ ਭੁਲੇਖਾ ਹੈ। ਜਦੋਂ ਲੋਕ ਇਕੱਠੇ ਹੋ ਜਾਣ ਤਾਂ ਦਰਿਆਵਾਂ ਦੇ ਰੁੱਖ ਮੋੜ ਦਿੰਦੇ ਆ। ਇਸ ਕਰਕੇ ਜਿਹੜੇ ਮੋਦੀ ਨੇ ਕਾਨੂੰਨ ਬਣਾਏ ਹੈ, ਇਹ ਹਰ ਵਰਗ ਵਾਸਤੇ ਮਾਰੂ ਹੈ। ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੰਡੀ ਦੇ ਪਲੇਦਾਰਾਂ ਨੂੰ, ਆੜ੍ਹਤੀਆਂ ਨੂੰ, ਜਿੰਨਾ ਵੀ ਕਿਸਾਨ ਦੇ ਕੰਮ ਨਾਲ ਕੋਈ ਸੰਬੰਧਿਤ ਵਰਗ ਹੈ, ਹਰੇਕ ਵਰਗ ਦੇ ਉਹਦਾ ਅਸਰ ਪਊਗਾ। ਤੇ ਵਰਗ ਹੁਣ ਸਾਰੇ ਲੋਕ ਇਕੱਠੇ ਹੋ ਕੇ ਪਿੱਛੇ 25 ਦੇ ਬੰਦ ਨੇ ਦੱਸਤਾ ਹੈ ਕਿ ਮੋਦੀ ਦੇ ਇਹਨਾਂ ਦੇ ਕਾਨੂੰਨਾਂ ਦੇ ਖਿਲਾਫ ਸਾਰੇ ਹੀ ਲੋਕ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪੈ ਗਏ। ਤੇ ਅਜਿਹੀ ਗੱਲ ਨਹੀਂ ਵੀ ਲੋਕ ਜਦੋਂ ਇਕੱਠੇ ਹੋ ਕੇ ਸੰਘਰਸ਼ ਕਰਨਗੇ ਤਾਂ ਇਹ ਜਿਹੜੇ ਸਰਮਾਏਦਾਰ ਲੋਕ ਨੇ, ਇਹ ਆਪਣੀਆਂ ਨੀਤੀਆਂ ਜਿਹੜੀਆਂ ਥੋਪਣੀਆਂ ਚਾਹੁੰਦੀਆਂ ਲੋਕਾਂ ਤੇ ਉਹਨਾਂ ਦਾ ਰੁੱਖ ਲੋਕ ਮੋੜ ਦਿੰਦੇ ਆ। ਜੀ ਠੀਕ ਹੈ, ਪਰ ਗਰਾਊਂਡ ਲੈਵਲ ਤੇ ਦੇਖੀਏ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕੀ ਤਾਲਮੇਲ ਕਿਵੇਂ ਹੈ? ਮਜ਼ਦੂਰਾਂ ਦਾ ਤਾਂ ਕਿਸਾਨਾਂ ਦਾ ਸ਼ੁਰੂ ਤੋਂ ਹੀ ਲੈ ਕੇ ਜਿਵੇਂ ਕਹਿੰਦੇ ਵੀ 9 ਮਾਸ ਦਾ ਰਿਸ਼ਤਾ, ਇਹ ਗੱਲ ਬਹੁਤ ਪੱਕੀ ਹੈ। ਖਾਸ ਕਰਕੇ ਜਿਹੜਾ ਦਿਹਾਤੀ ਖੇਤਰਾਂ ਦੇ ਵਿੱਚ ਹੈ, ਕਿਸਾਨ ਮਜ਼ਦੂਰ ਤੋਂ ਬਿਨਾਂ ਨਹੀਂ ਬਚਦਾ ਤੇ ਮਜ਼ਦੂਰ ਕਿਸਾਨ ਤੋਂ ਬਿਨਾਂ ਨਹੀਂ ਬਚਦਾ। ਪਰ ਇਹ ਜਿਹੜੀਆਂ ਸਰਕਾਰਾਂ ਹੈ, ਇਹ ਹੌਲੀ ਖੇਤੀ ਸੈਕਟਰ ਦੇ ਵਿੱਚੋਂ ਮਜ਼ਦੂਰਾਂ ਨੂੰ ਪਾਸੇ ਕਰ ਰਹੀਆਂ। ਬੇਰੁਜ਼ਗਾਰੀ ਵੱਧ ਰਹੀ ਹੈ। ਕਿਸਾਨਾਂ ਦੇ ਪੁੱਤ, ਮਜ਼ਦੂਰਾਂ ਦੇ ਪੁੱਤ ਲੱਖਾਂ ਰੁਪਇਆ ਖਰਚ ਕਰਕੇ ਆਪਣਾ ਦੇਸ਼ ਛੱਡ ਕੇ ਬਾਹਰ ਜਾ ਰਹੇ ਹੈ। ਇਸ ਕਰਕੇ ਕਿਉਂਕਿ ਬੇਰੁਜ਼ਗਾਰੀ ਹੋ ਗਈ, ਤੇ ਇਹਨਾਂ ਬਿੱਲਾਂ ਦੇ ਖਿਲਾਫ ਜਿੱਥੇ ਕਿਸਾਨ ਤੇ ਮਾੜਾ ਅਸਰ ਪੈਣਾ ਹੈ, ਉੱਥੇ ਪਿੰਡ ਦਾ ਜਿਹੜਾ ਮਜ਼ਦੂਰ ਆ ਤਾਂ ਬਿਲਕੁਲ ਹੀ ਵਿਹਲਾ ਹੋ ਜਾਣਾ ਹੈ। ਇਸ ਕਰਕੇ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਕੇ ਮੁਲਾਜ਼ਮਾਂ ਨੂੰ ਨਾਲ ਲੈ ਕੇ, ਨੌਜਵਾਨਾਂ ਨੂੰ ਨਾਲ ਲੈ ਕੇ ਫਿਰ ਇਹ ਸੰਘਰਸ਼ ਕਰਨਗੇ ਤੇ ਸੰਘਰਸ਼ ਨੂੰ ਜਿੱਤ ਕੇ ਹੀ ਰਹਾਂਗੇ। ਨੌਜਵਾਨ ਪੀੜ੍ਹੀ ਨੂੰ ਵੀਰੇ, ਖਾਸ ਕਰ ਪੰਜਾਬ ਦੀ, ਵਿਹਲਾ ਜਾਂ ਬਾਹਰ ਜਾਣ ਜੋਗਾ ਕਹਿ ਕੇ ਇਹ ਠੱਪਾ ਲਾਇਆ ਜਾਂਦਾ ਤੇ ਪਰ ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮਸਲਾ ਹੈ ਤੇ ਨਾ ਕੋਈ ਲੀਡਰਸ਼ਿਪ ਮੂਹਰੇ ਦਿਖ ਰਹੀ ਆ ਆਪਾਂ ਨੂੰ। ਤੇ ਤੁਸੀਂ ਕੀ ਕਹਿੰਦੇ ਹੋ ਵੀਰੇ? ਤੁਸੀਂ ਸੰਘਰਸ਼ਾਂ ਦੇ ਵਿੱਚ ਕੁੱਦ ਪਏ ਹੋ, ਅੱਜ ਪੁਰਖਿਆਂ ਦੇ ਨਾਲ ਖੜੇ ਹੋ ਮੋਢੇ ਨਾਲ ਮੋਢਾ ਜੋੜ ਕੇ। ਪਹਿਲਾਂ ਦੇ ਬਾਬੇ ਇਕੱਲੇ ਆਪਣੇ ਧਰਨੇ ਲਾਉਂਦੇ, ਹੁਣ ਨੌਜਵਾਨ ਹੀ ਜਾਗ ਪਿਆ ਕਿਉਂਕਿ ਬੇਰੁਜ਼ਗਾਰੀ ਵੱਧ ਗਈ ਹੈ। ਕਿਤੇ ਵੇਖ ਲਓ ਨੌਜਵਾਨ ਹਰ ਇੱਕ ਵਿਹਲਾ ਹੈ, ਇਕੱਲੇ ਫੋਨਾਂ ਦੇ ਦਿਲ ਲਾਤਾ ਇਹਨਾਂ ਨੂੰ, ਇਕੱਲੇ ਫੋਨਾਂ ਜੋਗੇ ਕਰਤਾ, ਕੋਈ ਕੰਮ ਨਹੀਂ ਕਰਕੇ ਖੁਸ਼, ਕਿਉਂਕਿ ਇੱਥੇ ਨੌਕਰੀ ਨਹੀਂ। ਹਰ ਇੱਕ ਪਲੱਸ 2 ਦਾ ਕਹਿੰਦਾ ਆਈਲੈਟਸ ਕਰ ਲਈਏ, ਬਾਹਰ ਜਾ ਉੜਗੇ, ਚੱਲ ਉੱਥੇ ਜਿਹੜਾ ਆਪਣਾ ਪੈਸਾ ਲੱਗਿਆ ਆ ਜਾਊਗਾ। ਪਰ ਇਹ ਪੰਜਾਬ ਜਿਹੜੇ ਸਰਕਾਰਾਂ ਮਿਲੀ ਭੁਗਤਾਂ ਰਲੀਆਂ ਹੋਈਆਂ, ਆਪਸ ਵਿੱਚ ਇੱਕ ਵਾਰੀ ਬਣ ਜਾਂਦੀਆਂ, ਮੁੜ ਕੇ ਪਿੰਡਾਂ 'ਚ ਆਉਂਦੀਆਂ ਨਹੀਂ ਆ। ਆਪਦੇ ਸਭ ਕੁਝ ਇਹ ਬਣਾ ਰਹੇ ਆ। ਇਹਨਾਂ ਦੇ ਮੁੰਡੇ ਕੁੜੀਆਂ ਵੇਖ ਲਓ, ਕੋਈ ਨਹੀਂ ਵਿਹਲਾ, ਸਭ ਇਕੱਲੇ ਆਮ ਲੋਕਾਂ ਦੇ ਵਿਹਲਾ, ਜਾਂ ਤਾਂ ਲੋਕ ਵਿਹਲੇ, ਮਜ਼ਦੂਰ ਕਿਸਾਨ ਇਹ ਵਿਹਲੇ ਰਹਿ ਗਏ ਇਕੱਲੇ। ਪਿੱਛੇ ਔਰਤਾਂ ਦਾ ਅੰਦੋਲਨ ਚੱਲਿਆ ਸੀਗਾ ਜੀ, ਤੇ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ, ਉਹਨਾਂ ਤੇ ਕਰਜ਼ਿਆਂ ਦੇ ਉੱਤੇ ਵਧਾ ਚੜਾ ਕੇ ਵਿਆਜ ਲਾਈ ਜਾਂਦੇ ਆ। ਨਹੀਂ, ਇਹ ਸਾਰਾ ਜਿਹੜਾ ਸਰਮਾਏਦਾਰ ਦਾ ਸਿਸਟਮ ਹੈ, ਇਹ ਹਰੇਕ ਵਰਗ ਨੂੰ ਹੀ ਕਰਜ਼ਿਆਂ ਦੇ ਵਿੱਚ ਲਿਜਾ ਕੇ ਉਸ ਤੇ ਜਿਹੜਾ ਦਿਮਾਗੀ ਟੈਨਸ਼ਨ ਲੋਕਾਂ ਤੇ ਰੱਖਣੀ ਚਾਹੁੰਦੇ ਆ। ਜਿਹੜੇ ਪਿੰਡਾਂ ਦੇ ਵਿੱਚ ਫਾਈਨੈਂਸ ਕੰਪਨੀਆਂ ਬਣਾ ਕੇ ਲੋਕਾਂ ਨੂੰ ਕਰਜ਼ੇ ਦਿੱਤੇ, ਉਹਦੇ 'ਚ ਬਹੁਤ ਹੀ ਵਿਚਾਰੀਆਂ ਘੱਟ ਸੂਝਵਾਨ ਔਰਤਾਂ ਹੈ, ਉਹਨਾਂ ਨੂੰ ਪੈਸਾ ਦੇ ਦਿੰਦੇ ਆ, ਮਨਮਰਜ਼ੀ ਦੇ ਵਿਆਜ ਲਾਉਂਦੇ ਆ, ਤਰ੍ਹਾਂ ਦੀਆਂ ਉਹਨਾਂ ਨਾਲ ਭੈੜੀਆਂ ਹਰਕਤਾਂ ਕਰਦੇ ਆ ਕਿਸ਼ਤਾਂ ਲੈਣ ਜਾਣ ਵੇਲੇ। ਤੇ ਉਹ ਸੰਘਰਸ਼ ਜਦੋਂ ਆ ਲਾਕਡਾਊਨ ਹੋ ਗਿਆ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ, ਸਾਰਿਆਂ ਦੇ ਕੰਮ ਰੁਕ ਗਏ। ਪਰ ਜਿਹੜੇ ਫਾਈਨੈਂਸ ਕੰਪਨੀ ਵਾਲੇ ਸੀ, ਇਹ ਹਰ ਕਰਦੇ ਫਿਰਦੇ ਪਿੰਡਾਂ 'ਚ ਜਾਣ ਲੱਗੇ, ਪਰੰਤੂ ਹੌਲੀ ਲੋਕ ਜਥੇਬੰਦ ਹੋਣ ਲੱਗੇ ਤੇ ਕਈ ਜਗ੍ਹਾ ਇਹਨਾਂ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਅਸੀਂ ਬੰਦੀ ਵੀ ਬਣਾਇਆ। ਇਸ ਕਰਕੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਕਾਰਪੋਰੇਟ ਸੈਕਟਰ ਦਾ, ਵੱਡੀਆਂ ਕੰਪਨੀਆਂ ਦਾ
ਅਰਬਾਂ ਖਰਬਾਂ ਰੁਪਇਆ ਇਹ ਮਾਫ ਕਰ ਰਹੇ ਹੈ ਤੇ ਬੜੇ ਛੋਟੇ ਲੋਕ 20-30 ਹਜ਼ਾਰ ਦਾ ਕਰਜ਼ਾ ਜੋ ਕਿ ਮਜਬੂਰੀ ਬਸ ਲੈਂਦੇ ਆ, ਉਹਨੂੰ ਮੋੜਨ ਵਾਸਤੇ ਉਹਨਾਂ ਕੋਲੇ ਕੋਈ ਸਾਧਨ ਨਹੀਂ, ਕੋਈ ਰੁਜ਼ਗਾਰ ਨਹੀਂ, ਉਹ ਮਾਫ ਕਰਨਾ ਚਾਹੀਦਾ ਹੈ। ਤੇ ਇਹ ਜਿਹੜੀਆਂ ਫਾਈਨੈਂਸ ਕੰਪਨੀਆਂ ਵਾਲੇ ਆ ਇਹਨਾਂ ਦੇ ਪਿੰਡਾਂ 'ਚ ਜਾਣ ਤੇ ਸਰਕਾਰ ਨੂੰ ਬੈਨ ਲਾਉਣਾ ਚਾਹੀਦਾ ਹੈ। ਜੇ ਕੋਈ ਕਿਸ਼ਤ ਭਰ ਸਕਦਾ ਤਾਂ ਆਪਦੀ ਨਾਲ ਮਰਜ਼ੀ ਨਾਲ ਭਰੇ, ਪਰ ਜੇ ਕੋਈ ਕਿਸ਼ਤ ਨਹੀਂ ਭਰਦਾ ਤਾਂ ਉਹਦੇ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ। ਜੇ ਸਰਕਾਰਾਂ ਇਹ ਨਹੀਂ ਕਰਨਗੀਆਂ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕੋਈ ਜਿਹੜਾ ਕਰਜ਼ਾ ਦੇਣ ਵਾਲੀਆਂ ਭੈਣਾਂ ਜਾਂ ਵੀਰ ਆ ਜਾਂ ਕੋਈ ਵੀ ਪਿੰਡਾਂ ਦੇ ਵਿੱਚ ਔਰਤਾਂ ਹੈ, ਅਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਇਹ ਜੇ ਕੋਈ ਧੱਕੇਸ਼ਾਹੀ ਕਰਨਗੇ ਜਾਂ ਕਿਸ਼ਤਾਂ ਧੱਕੇ ਨਾਲ ਲੈਣਗੇ ਤਾਂ ਅਸੀਂ ਉਹ ਕਿਸ਼ਤਾਂ ਨਹੀਂ ਲੈਣ ਦੇਵਾਂਗੇ। ਇਹ ਬਿੱਲਾਂ ਤੋਂ ਬਿਨਾਂ ਜੀ ਦੇਸ਼ ਦੀ ਗੱਲ ਕਰੀਏ ਜੀ, ਜਿਵੇਂ ਵੱਧ ਰਹੀ ਦਰਿੰਦਗੀ ਦਿਨੋਂ ਦਿਨ ਲਗਾਤਾਰ ਵੱਧ ਰਹੀ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਜਿੱਥੇ ਮੌਜੂਦਾ ਸਰਕਾਰ ਬੀਜੇਪੀ ਦੀ ਹੈ। ਆ 3-4 ਘਟਨਾਵਾਂ ਹੋਈਆਂ ਪਿੱਛੇ, ਕਿਵੇਂ ਦੇਖਦੇ ਹੋ ਇਹਨਾਂ ਨੂੰ? ਇਸ ਤਰ੍ਹਾਂ ਜੀ, ਭਾਜਪਾ ਆਪਦੇ ਆਪ 'ਚ ਕੋਈ ਚੀਜ਼ ਨਹੀਂ। ਭਾਜਪਾ ਚੱਲਦੀ ਹੈ ਆਰਐਸਐਸ ਦੇ ਇਸ਼ਾਰਿਆਂ ਤੇ, ਰਾਸ਼ਟਰੀ ਸਵੈਮ ਸੇਵਕ ਸੰਘ, ਔਰ ਇਹ ਭਾਜਪਾ ਤੇ ਸੰਘ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਇਹ ਮਨੂ ਸਮ੍ਰਿਤੀ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਆ। ਜਿਹੜੇ ਲੋਕ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਆ ਜਾਂ ਮਨੂ ਸਮ੍ਰਿਤੀ ਦੇ ਨਜ਼ਰੀਏ ਤੋਂ ਸੋਚਦੇ ਆ, ਉਹਨਾਂ ਦੇ ਰਾਜ ਭਾਗ 'ਚ ਇਸਤਰੀਆਂ, ਘੱਟ ਗਿਣਤੀਆਂ, ਗਰੀਬਾਂ ਤੇ ਦਲਿਤਾਂ ਨਾਲ ਭਲੇ ਦੀ ਗੱਲ ਹੋ ਹੀ ਨਹੀਂ ਸਕਦੀ। ਇਸ ਕਰਕੇ ਤੁਸੀਂ ਦੇਖੋਗੇ ਜਦ ਦੀ ਮੋਦੀ ਦੀ ਗਵਰਨਮੈਂਟ ਆਈ ਹੈ, ਦਲਿਤਾਂ ਤੇ, ਔਰਤਾਂ ਤੇ, ਮੁਸਲਮਾਨਾਂ ਤੇ ਅਤਿਆਚਾਰ ਹੋ ਰਹੇ ਆ, ਉਹਨਾਂ ਦੇ ਕਤਲ ਕੀਤੇ ਜਾ ਰਹੇ ਆ ਭੀੜਾਂ ਵੱਲੋਂ। ਔਰ ਜਿੱਥੇ ਜਿੱਥੇ ਬੀਜੇਪੀ ਦੀਆਂ ਸੂਬਾ ਸਰਕਾਰਾਂ ਹੈ, ਇਹਨਾਂ 'ਚੋਂ ਝੰਡੀ ਹੈ ਯੋਗੀ ਦੀ। ਯੋਗੀ ਦਾ ਰਾਜ ਐਸਾ ਹੈ ਜਿੱਥੋਂ ਦੇ ਮੰਤਰੀ, ਐਮਐਲਏ ਬਲਾਤਕਾਰੀ ਹੈ। ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਭਾਜਪਾ ਉਹਨਾਂ ਦੇ ਪੱਖ 'ਚ ਖੜ੍ਹਦੀ ਰਹੀ ਔਰ ਉਹਨਾਂ ਬੇਈਮਾਨਾਂ ਨੇ ਪੀੜਤ ਔਰਤ ਤੇ ਹਮਲਾ ਕਰਵਾਇਆ। ਉਹ ਬਾਅਦ 'ਚ ਕੁੜੀ ਲਮਕੀ ਗਈ ਹਸਪਤਾਲ 'ਚ, ਉਹਦੇ ਪਰਿਵਾਰਕ ਜੀਆਂ ਦਾ ਕਤਲ ਕਰਾਇਆ। ਇਸ ਲਈ ਇਹ ਸਾਰਾ ਕੁਝ ਇਸ ਨਜ਼ਰੀਏ ਤੋਂ ਹੋ ਰਿਹਾ ਹੈ। ਮੌਜੂਦਾ ਕਿਸਾਨ ਅੰਦੋਲਨ ਜੇ ਇਹਨੇ ਸਫਲ ਹੋਣਾ ਹੈ, ਪੰਜਾਬ ਦੀਆਂ ਬਰੂਹਾਂ ਤੋਂ ਬਾਹਰ ਲੰਘਣਾ ਹੈ, ਤੇ ਮੌਜੂਦਾ ਕਿਸਾਨ ਅੰਦੋਲਨ ਨੂੰ ਇਹ ਨਜ਼ਰੀਆ ਅਡਾਪਟ ਕਰਨਾ ਪੈਣਾ, ਉਹਨਾਂ ਲੋਕਾਂ ਨੂੰ ਨਾਲ ਲੈਣਾ ਪੈਣਾ। ਅੱਜ ਸਾਡੀ ਮਜਬੂਰੀ ਆ, ਅਸੀਂ ਸੰਘਰਸ਼ਾਂ 'ਚ ਬੈਠੇ ਆ, ਪਰ ਜਿੱਥੇ ਵੀ ਕਿਤੇ ਅੱਜ ਉਹ ਪੀੜਤ ਲੋਕਾਂ, ਕੁੜੀ ਦੇ ਹੱਕ 'ਚ ਮੁਜ਼ਾਹਰੇ ਹੋ ਰਹੇ ਸੀ, ਜੇ ਸਾਡਾ ਸੰਘਰਸ਼ ਨਾ ਚੱਲਦਾ ਹੁੰਦਾ, ਅਸੀਂ ਕਿਸਾਨ ਮਜ਼ਦੂਰ ਉਹਨਾਂ ਦੇ ਨਾਲ ਹੁੰਦੇ। ਹੁਣ ਵੀ ਨਾਲ ਆ, ਬਸ ਅਸੀਂ ਇਸ ਸੰਘਰਸ਼ ਨੂੰ ਛੱਡ ਕੇ ਨਹੀਂ ਜਾ ਸਕਦੇ। ਸਾਡੀਆਂ ਜਿਹੜੀਆਂ ਸ਼ੋਭ ਇੱਛਾਵਾਂ ਉਹਨਾਂ ਦੇ ਨਾਲ ਹੈ ਔਰ ਇਹਦੇ ਖਿਲਾਫ ਲੜਨਾ ਪੈਣਾ ਹੈ। ਔਰ ਮੈਂ ਕਹਿਣਾ ਚਾਹੁੰਦਾ, ਮਨੂ ਸਮ੍ਰਿਤੀ ਕੀ ਕਹਿੰਦੀ ਹੈ? 4 ਵਰਨ ਵੰਡੇ ਆ ਉਹਨੇ, ਬ੍ਰਾਹਮਣ, ਪ੍ਰੋਹਿਤ, ਖੱਤਰੀ, ਵੈਸ਼ ਤੇ ਸ਼ੂਦਰ। ਔਰ ਕਮਾਲ ਦੀ ਗੱਲ ਇਹ ਹੈ, ਜੱਟਾਂ ਨੂੰ, ਕਿਸਾਨਾਂ ਨੂੰ ਉਹਨੇ ਸ਼ੂਦਰਾਂ 'ਚ ਰੱਖਿਆ ਸੀ ਮਨੂ ਸਮ੍ਰਿਤੀ ਨੇ। ਇਹ ਤਾਂ ਆਪਦੇ ਸੰਘਰਸ਼ਾਂ ਨਾਲ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਪਹਿਲੀ ਜ਼ਮੀਨੀ ਕ੍ਰਾਂਤੀ ਦੁਨੀਆ 'ਚ ਉਹ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਹੋਈ ਸੀ। ਤਾਂ ਇਹ ਮਤਲਬ ਅੱਜ ਉਸ ਜੂਲੇ 'ਚੋਂ ਨਿਕਲ ਗਏ। ਲੇਕਿਨ ਉਹ ਮਨੂ ਸਮ੍ਰਿਤੀ ਅੱਜ ਵੀ 4 ਵਰਨਾਂ 'ਚ ਸਮੁੱਚੀ ਮਿਹਨਤਕਸ਼ ਜਮਾਤ ਨੂੰ ਉਹ ਸ਼ੂਦਰਾਂ 'ਚ ਹੀ ਗਿਣਦੀ। ਉਹ ਇਹਨਾਂ ਨੂੰ ਬੈਕਵਰਡ ਕਲਾਸ ਨਹੀਂ ਸਮਝਦੀ, ਸਵਰਨ ਨਹੀਂ ਸਮਝਦੀ। ਔਰ ਜਿਹੜਾ ਹੁਣ ਵੀ ਕਿਸਾਨ ਅੰਦੋਲਨ ਦੇ ਖਿਲਾਫ ਜਿਹੜਾ ਭਾਜਪਾ ਦਾ ਸੰਘੀਆਂ ਦਾ ਪ੍ਰਚਾਰ ਹੈ, ਉਹ ਇਹਨਾਂ ਨੂੰ ਇਸ ਤਰ੍ਹਾਂ ਪੇਂਟ ਕਰ ਰਿਹਾ ਵੀ ਇੱਕ ਜਾਨਵਰ ਦੇ ਸਿਰ ਤੇ ਪੱਗ ਦਿਖਾਤੀ, ਵੀ ਇਹ ਤਾਂ ਜਾਨਵਰਾਂ ਵਰਗੇ ਹੁੰਦੇ ਆ ਕਿਸਾਨ। ਇਹਨਾਂ ਨੂੰ ਕਾਤਲ ਤੇ ਬਲਾਤਕਾਰੀ ਕਿਹਾ ਜਾ ਰਿਹਾ ਲੜ ਰਹੇ ਕਿਸਾਨਾਂ ਨੂੰ। ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਹੁਣ ਵੀ ਇਸ ਪੈਂਤੜੇ ਤੋਂ ਆਪਦੇ ਤੋਂ ਖੁੰਝੇ ਨਹੀਂ, ਇਸ ਲਈ ਇਹਦੇ ਖਿਲਾਫ ਲੜਨਾ ਪੈਣਾ। ਮੈਨੂੰ ਉਮੀਦ ਹੈ ਕਿਸਾਨ ਅੰਦੋਲਨ ਇਸ ਸੰਘਰਸ਼ 'ਚੋਂ ਬਹੁਤ ਕੁਝ ਸਿੱਖੂਗਾ। ਉਹਨਾਂ ਲੋਕਾਂ ਦੇ ਨਾਲ ਖੜਨਾ ਪੈਣਾ। ਜੇ ਉਹਨਾਂ ਲੋਕਾਂ ਦੇ ਨਾਲ ਅਸੀਂ ਖੜਾਂਗੇ ਤੇ ਉਹ ਸਾਡੇ ਨਾਲ ਆਉਣਗੇ। ਇਹ ਸਰਕਾਰਾਂ ਬੜੀਆਂ ਦੀ ਗੋਡ ਨਹੀਂ ਲਵਾਈ ਜਾ ਸਕਦੀ, ਇਹ ਲੜਨਾ ਪੈਣਾ ਸਰ। ਔਰ ਦੂਸਰਾ ਇੱਕ ਮੈਂ ਵਿਸ਼ੇਸ਼ ਗੱਲ, ਜਿੱਦਾਂ ਸਾਡੇ ਖਿਲਾਫ ਕਾਨੂੰਨ ਪਾਸ ਕੀਤੇ ਆ ਕਿਸਾਨਾਂ ਦੇ, ਉਸ ਤੋਂ ਅਗਲੇ ਦਿਨ ਮਜ਼ਦੂਰਾਂ ਦੇ ਜਿਹੜੇ ਅਧਿਕਾਰ ਹੈ, ਹੜਤਾਲ ਕਰਨ ਦੇ, ਯੂਨੀਅਨ ਬਣਾਉਣ ਦੇ, ਜਥੇਬੰਦ ਹੋਣ ਦੇ, ਉਹਨਾਂ ਸਾਰਿਆਂ ਦਾ ਸੁਹਾਗਾ ਫੇਰਤਾ। 44 ਕਿਰਤ ਕਾਨੂੰਨ 4 ਕੋਡਾਂ 'ਚ ਬਦਲਤੇ। ਇਹ ਇੱਕ ਕਿਸਮ ਦਾ ਮਜ਼ਦੂਰ ਜਮਾਤ ਨੂੰ ਬੰਦੂਆ ਬਣਾਉਣ ਵਾਲਾ ਉਹਨਾਂ ਨੇ ਹਮਲਾ ਕੀਤਾ। ਅਸੀਂ ਉਹਨਾਂ ਨੂੰ ਵੀ ਨਾਲ ਲਵਾਂਗੇ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਆਓ ਸਾਡੇ ਨਾਲ ਇਕੱਠੇ ਹੋ ਕੇ ਲੜੀਏ, ਸਾਂਝਾ ਸੰਘਰਸ਼ ਲੜੀਏ। ਔਰ ਮੈਂ ਇਹ ਕਹਿਣਾ ਚਾਹੁੰਦਾ, ਇਸ ਕਿਸਾਨ ਅੰਦੋਲਨ ਦਾ ਸਭ ਤੋਂ ਜੇ ਭਰੋਸੇਯੋਗ ਕੋਈ ਸਹਿਯੋਗੀ ਹੈ, ਸਾਥੀ ਹੈ, ਤਾਂ ਉਹ ਹਿੰਦੁਸਤਾਨ ਦਾ ਸ਼ਹਿਰੀ ਤੇ ਪੇਂਡੂ ਮਜ਼ਦੂਰ ਹੈ, ਜਿਹਨੇ ਅਖੀਰ ਤੱਕ ਨਿਭਣਾ। ਜਜ਼ਬਾਤੀ ਲੋਕ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਬੜੇ ਲੋਕ ਆ ਜਿਹੜੇ ਜਜ਼ਬਾਤੀ ਹੋ ਕੇ ਆ ਗਏ। ਕੁਝ ਲੋਕ ਆਪ ਦਾ ਫਾਇਦਾ ਦੇਖ ਕੇ ਆਏ ਆ, ਉਹਨਾਂ ਨੂੰ ਕਿਸਾਨੀ ਦਾ ਬਹੁਤਾ ਮਸਲਾ ਨਹੀਂ, ਉਹ ਭੱਜ ਜਾਣਗੇ। ਪਰ ਮਜ਼ਦੂਰ ਤੇ ਕਿਸਾਨ ਅਖੀਰ ਤੱਕ ਨਿਭਣਗੇ। ਔਰ ਇਹੀ ਹਿੰਦੁਸਤਾਨ ਦੀ ਜੇ ਕਿਸਮਤ ਬਦਲ ਸਕਦੀ ਹੈ, ਜਿਵੇਂ ਭਗਤ ਸਿੰਘ ਹੋਰਾਂ ਨੇ ਬਦਲੀ ਸੀ,
ਅੰਗਰੇਜ਼ ਨੂੰ ਕੱਢ ਕੇ। ਅੰਗਰੇਜ਼ ਨੂੰ ਕੱਢਣ ਤੋਂ ਬਾਅਦ ਜੇ ਹੁਣ ਬਦਲੂਗੀ ਤਾਂ ਇਹ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਤੇ ਸਾਂਝੇ ਸੰਘਰਸ਼ ਨਾਲ ਹੀ ਬਦਲੀ ਜਾ ਸਕਦੀ ਹੈ। ਇਹ ਲੋਕ ਇਸ ਟਾਈਮ ਦੇਖ ਸਕਦੇ ਨੇ, ਆਪਾਂ ਸੁਚੇਤ ਨੇ, ਹੱਕਾਂ ਵਾਸਤੇ ਆਪਣੇ ਲੜ ਰਹੇ ਆ, ਸੰਘਰਸ਼ ਜਾਰੀ ਆ, ਲੋਕਾਂ ਵਿੱਚ ਬਹੁਤ ਰੋਸ ਹੈ, ਵਿਦਰੋਹ ਹੈ। ਪਰ ਆਪਣੇ ਅੱਗੇ ਕਈ ਉਦਾਹਰਨਾਂ ਨੇ ਜਿਹੜਾ ਵੀ ਇਹਨਾਂ ਸੰਘਰਸ਼ਾਂ ਨੂੰ ਆਮ ਤੌਰ ਤੇ ਤਾਰ ਪੀਡੋ ਕਰਨ ਲਈ ਵੀ ਟੀਮਾਂ ਜਾਂ ਆਪਾਂ ਕੁਝ ਵੀ ਕਹਿ ਲਈਏ ਖਰਾਬ ਕਰ ਦਿੱਤਾ ਜਾਂਦਾ, ਜਿਵੇਂ ਆਪਣੇ ਸ਼ਾਹੀਨ ਬਾਗ ਦੀ ਐਗਜ਼ਾਮਪਲ ਆ। ਤੁਸੀਂ ਕੀ ਸੇਧ ਦੇਣਾ ਚਾਹੋਗੇ ਲੋਕਾਂ ਨੂੰ, ਜਿਵੇਂ ਕਿ ਕਿਵੇਂ ਬਚਿਆ ਜਾ ਸਕਦਾ ਇਹਨਾਂ ਤੋਂ? ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਹਿੰਦੁਸਤਾਨ ਦੀਆਂ ਰਾਜ ਕਰਦੀਆਂ ਜਮਾਤਾਂ ਦੀਆਂ ਸਾਰੀਆਂ ਪਾਰਟੀਆਂ ਨਾਵਦਾਰਵਾਦੀ ਨੀਤੀਆਂ ਦੇ ਸਵਾਲ ਤੇ ਇੱਕ ਹੈ, ਖੇਤੀਬਾੜੀ ਨੂੰ ਖਤਮ ਕਰਨ ਦੇ ਸਵਾਲ। ਅੱਜ ਵੀ ਤੁਸੀਂ ਅਖਬਾਰਾਂ ਪੜ੍ਹੋ, ਖਾਸ ਕਰਕੇ ਮੈਂ ਪੰਜਾਬੀ ਟ੍ਰਿਬਿਊਨ ਦਾ ਜ਼ਿਕਰ ਕਰਨਾ ਹੈ। ਉਹਨੇ ਬਕਾਇਦਾ ਲਿਖਿਆ ਹੈ ਵੀ ਰਿਲਾਇੰਸ ਦੇ ਪੰਪਾਂ 'ਚ ਸੁਖਬੀਰ ਬਾਦਲ ਦਾ ਹਿੱਸਾ ਹੈ, ਮਜੀਠੀਏ ਦਾ ਹਿੱਸਾ ਹੈ, ਕਾਂਗਰਸੀਆਂ ਦੇ ਵੀ ਹੈ। ਇਹ ਲੋਕ ਆਪਦਾ ਆਧਾਰ ਖਿਸਕਦਾ ਦੇਖ ਕੇ ਕਿਸਾਨਾਂ ਦੀ ਇਮਦਾਦ ਤੇ ਆਏ। ਇਮਦਾਦ ਤੇ ਨਹੀਂ ਆਏ, ਉਹ ਆਪਦੀ ਹੋਂਦ ਬਚਾਉਣ ਲਈ ਆਏ ਆ। ਇਮਦਾਦ ਤੇ ਆਉਣਾ ਦੇਖੋ ਕਮਾਲ ਦੀ ਗੱਲ ਹੈ। ਤਖਤਾਂ ਤੋਂ ਸ਼ੁਰੂ ਕੀਤਾ ਮਾਰਚ, ਤਿੰਨਾਂ ਤੋਂ, ਦਮਦਮਾ ਸਾਹਿਬ, ਕੇਸਗੜ੍ਹ ਤੇ ਅਕਾਲ ਤਖਤ। ਤੇ ਝੂਠ ਇਹ ਬੋਲਿਆ ਜਾ ਰਿਹਾ ਵੀ ਅਸੀਂ ਤਾਂ ਇਹਨਾਂ ਕਾਨੂੰਨਾਂ ਦਾ ਕਦੇ ਸਮਰਥਨ ਹੀ ਨਹੀਂ ਕੀਤਾ। ਕਿਹਨੇ ਨਹੀਂ ਦੇਖੀ ਵੱਡੇ ਬਾਦਲ ਦੀ ਵੀਡੀਓ ਜਦੋਂ ਕਹਿ ਰਿਹਾ ਸੀ ਵੀ ਇਹ ਕਾਨੂੰਨ ਤਾਂ ਬਹੁਤ ਚੰਗੇ ਆ? ਸਾਰਿਆਂ ਨੇ ਵੇਖੀ। ਜਿਹੜੀ ਐਡਾ ਝੂਠ, ਅਕਾਲ ਤਖਤ ਤੋਂ ਮਾਰਚ ਸ਼ੁਰੂ ਕਰਨਾ ਤੇ ਉਹ ਵੀ ਝੂਠ ਨਾਲ। ਔਰ ਇਹਨਾਂ ਨੂੰ ਕੋਈ ਕਿਸਾਨਾਂ ਦਾ ਹੇਜ ਨਹੀਂ, ਇਹ ਸਿਰਫ ਆਪਦੀ ਸਿਆਸੀ ਆਪਦੇ ਦਲ ਦੀ ਹੋਂਦ ਬਚਾਉਣ ਲਈ ਕਿਸਾਨਾਂ ਦਾ ਨਾਂ ਲੈ ਰਹੇ ਆ। ਔਰ ਕਮਾਲ ਦੀ ਗੱਲ ਹੈ, ਅਖਬਾਰਾਂ ਚੱਕੋ ਤੁਸੀਂ, ਜਿਹੜਾ ਕੱਲ ਮਾਰਚ ਹੋਇਆ ਉਹਦੀਆਂ ਫਲੈਕਸਾਂ, ਉਹਦੇ ਨਾਅਰਿਆਂ 'ਚ ਹਰਸਿਮਰਤ, ਸੁਖਬੀਰ ਤੇ ਮਜੀਠੀਏ ਤੋਂ ਬਿਨਾਂ ਕਿਸੇ ਦਾ ਨਾਂ ਤੇ ਕਿਸੇ ਦੀ ਫੋਟੋ ਹੈ? ਇਹ ਬਾਦਲ ਪਰਿਵਾਰ ਦਾ ਦਲ ਹੈ। ਬਾਦਲ ਪਰਿਵਾਰ ਆਪਦੀ ਹੋਂਦ ਬਚਾਉਣ ਲਈ। ਔਰ ਕਿੱਡਾ ਇਹ ਝੂਠਾ ਹੈ। ਇੱਕ ਪਾਸੇ ਰਿਲਾਇੰਸ ਨਾਲ ਤੁਹਾਡਾ ਸਮਝੌਤਾ ਹੈ ਤੇ ਤੁਸੀਂ ਰਿਲਾਇੰਸ ਦੇ ਹੱਕ 'ਚ ਪਾਸ ਹੋਏ ਹੋਏ ਬਿੱਲ ਤੁਸੀਂ ਕਹਿੰਦੇ ਹੋ ਵੀ ਇਹਨਾਂ ਖਿਲਾਫ ਸੰਘਰਸ਼ ਕਰਨਾ। ਇਹ ਗੱਲਾਂ ਪੁੱਗਦੀਆਂ ਨਹੀਂ। ਜਿਹੜੇ ਲੜ ਰਹੇ ਆ ਰਿਲਾਇੰਸ ਦੇ ਖਿਲਾਫ, ਉਹਨਾਂ ਨੇ ਰਿਲਾਇੰਸ ਦੇ ਪੈਟਰੋਲ ਪੰਪ ਘੇਰੇ ਆ। 40% ਕੱਲ ਦੀ ਰਿਲਾਇੰਸ ਦੇ ਪੈਟਰੋਲ ਪੰਪਾਂ ਦੀ ਵਿਕਰੀ ਘਟ ਗਈ। ਇਹ ਕਿਸਾਨਾਂ ਦੇ ਸੰਘਰਸ਼ ਕਰਕੇ ਹੋਇਆ। ਟੋਲ ਪਲਾਜ਼ੇ ਸੁੰਨੇ ਪਏ ਆ, ਮਾਲ ਘੇਰ ਲਏ ਲੋਕਾਂ ਨੇ ਰਿਲਾਇੰਸ ਦੇ। ਇਸ ਤਰ੍ਹਾਂ ਨਾਲ ਸੱਟ ਮਾਰੀ ਜਾਊਗੀ ਇਸ ਹਾਕਮ ਜਮਾਤਾਂ ਤੇ। ਇਹ ਬਾਦਲ ਕਾਲੇ ਜਾਂ ਦੂਜੇ ਤੀਜਿਆਂ ਦੇ ਡਰਾਮੇ ਨਾਲ ਨਹੀਂ, ਨਾਵਦਾਰਵਾਦੀ ਨੀਤੀਆਂ ਦੇ ਸਵਾਲ ਤੇ ਇਹ ਸਾਰੇ ਇਕੱਠੇ ਆ। ਅਖੀਰ ਨੂੰ ਇਹ ਸਾਡੀ ਪਿੱਠ 'ਚ ਛੁਰਾ ਮਾਰਨ। ਇਸ ਲਈ ਇਹੀ ਕਹਿਣਾ, ਲੋਕ ਪੱਖੀ ਰਾਜਨੀਤੀ ਹੈ ਜਿਹੜੀ ਉਹ ਇਹਦੇ 'ਚ ਖੜੂਗੀ ਤੇ ਲੋਕਾਂ ਨੂੰ ਆਪ ਹੀ ਮਤਲਬ ਇਹ ਸਮਝਣਾ ਪੈਣਾ। ਜਿਹੜੀ ਤੁਸੀਂ ਚੇਤਨਾ ਵਾਲੀ ਗੱਲ ਕਰ ਰਹੇ ਹੋ, ਦਿਨੋਂ ਦਿਨ ਵੱਧ ਰਹੀ ਹੈ। ਹਜੇ ਬਹੁਤ ਕੁਝ ਸਿੱਖਣ ਵਾਲਾ ਪਿਆ। ਕੈਮਰਾਮੈਨ ਲਵਦੀਪ ਦੇ ਨਾਲ ਗੌਰਵ, ਰੇਡੀਓ ਪੰਜਾਬ ਟੁਡੇ, ਬਠਿੰਡਾ।